ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਸੰਤ ਬਾਬਾ ਆਇਆ ਸਿੰਘ ਜੀ ਦਾ ਜੀਵਨ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਪਿਸ਼ੌਰ ਦਾ ਰਮਣੀਕ ਇਲਾਕਾ ਅਤੇ ਤਹਿਸੀਲ ਕਾਟਲੰਗ ਦੇ ਇੱਕ ਛੋਟੇ ਜਿਹੇ ਸਰਹੱਦੀ ਪਿੰਡ ਸ਼ਾਮੋ ਜਈ ਮਾਮੋ ਜਈ ਵਿੱਚ ਬਾਬਾ ਆਇਆ ਸਿੰਘ ਜੀ ਦਾ ਜਨਮ ਹੋਇਆ। ਇਹ ਸਾਰੇ ਇਲਾਕੇ ਨੂੰ ਖੂਨਖਾਰ ਅਤੇ ਮਾਸਾਹਾਰੀ ਉਜੜ ਰਾਖਸ਼ ਬੁੱਧ ਦੇ ਲੋਕਾਂ ਦਾ ਕਿਹਾ ਜਾਂਦਾ ਹੈ। ਇੱਥੋਂ ਦੇ ਪਿੰਡਾਂ ਵਿੱਚ ਦੁਕਾਨਦਾਰ, ਵਪਾਰੀ, ਗੁਰੂ ਨਾਨਕ ਨਾਮ ਲੇਵਾ ਅਤੇ ਸ਼ਰਧਾਲੂ, ਨਾਮ ਰਸੀਏ, ਸੰਤ ਸੇਵੀ, ਅਰੋੜ ਬੰਸ਼ੀ, ਆਤਰੀ ਮਹਾਜਨ ਆਦਿ ਸਭ ਤਰ੍ਹਾਂ ਦੇ ਲੋਕ ਰਹਿੰਦੇ ਸਨ। ਸ਼ਾਮ ਜੋਈ ਮਾਮੋ ਜੋਈ ਪਿੰਡ ਵਿੱਚ ਇੱਕ ਦੰਪਤੀ ਜੋੜਾ ਰਾਮੂ ਸ਼ਾਹ ਤੇ ਚਤਰ ਕੌਰ ਦੁਕਾਨਦਾਰੀ ਦੀ ਸੁੱਚੀ ਕਿਰਤ ਕਰਕੇ ਵੰਡ ਸਕਦਾ ਸੀ, ਪਰ ਉਹਨਾਂ ਦੇ ਅਜੇ ਤੱਕ ਔਲਾਦ ਨਹੀਂ ਸੀ ਹੋਈ। ਭਾਈ ਰਾਮੂ ਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪੱਕੇ ਸ਼ਰਧਾਲੂ ਸਨ ਤੇ ਚਤਰ ਕੌਰ ਵੀ ਕੋਈ ਘੱਟ ਲੱਗਣ ਵਾਲੀ ਨਹੀਂ ਸੀ। ਦੋਨਾਂ ਦੇ ਮਨ ਵਿੱਚ ਹਮੇਸ਼ਾ ਹੀ ਫੁਰਨਾ ਰਹਿੰਦਾ ਸੀ ਕਿ ਕੋਈ ਪੂਰਨ ਮਹਾਂਪੁਰਖ ਸਾਧੂ ਦਰਸ਼ਨ ਦੇਵੇ ਤਾਂ ਰਲ ਕੇ ਸੇਵਾ ਕਰੀਏ। ਚਤਰ ਕੌਰ ਦੇ ਮਨ ਵਿੱਚ ਇੱਛਾ ਸੀ ਕਿ ਕੋਈ ਪੁੱਤਰ ਦੀ ਬਖਸ਼ਿਸ਼ ਹੋਵੇ, ਪਰ ਉਹ ਪੁੱਤਰ ਵੀ ਸੰਤ ਸੇਵੀ ਹੋਵੇ ਤੇ ਗੁਰੂ ਸਾਹਿਬ ਦਾ ਭਗਤ ਹੋਵੇ ਤੇ ਸਾਡੀਆਂ ਕੁੱਲਾਂ ਦਾ ਉਦਾਰ ਕਰੇ। ਕੁੱਖ ਨੂੰ ਕਲੰਕਿਤ ਕਰਨ ਵਾਲੇ ਪੁੱਤ ਦੀ ਲੋੜ ਵੀ ਕੀ ਹੁੰਦੀ ਹੈ। ਗੁਸਾਈ ਤੁਲਸੀ ਜੀ ਲਿਖਦੇ ਹਨ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ, ਕਾਹੇ ਗਵਾਵੇ ਨੂਰ। ਕਿਉਂਕਿ ਇਹਨਾਂ ਤਿੰਨਾਂ ਗੁਣਾਂ ਭਗਤ, ਦਾਨੀ ਤੇ ਸੂਰਮਾ ਬਿਨਾਂ ਪੁੱਤਰ ਦਾ ਹੋਣਾ ਨਿਸਫਲ ਹੈ, ਸਗੋਂ ਉਹ ਤਾਂ ਧਰਤੀ ਤੇ ਭਾਰ ਹੈ। ਜਿਵੇਂ ਗੁਰੂ ਜੀ ਫਰਮਾਉਂਦੇ ਨੇ, ਬਿਸਰਿਆ ਜਿਨ ਨਾਮ ਤੇ ਭੂਏ, ਪਾਰ ਥੀਏ ਰਹਾਓ, ਤਿੰਨ ਧਨ ਜਿਣੇ ਦੀ ਮਾਓ, ਆਏ ਸਫਲ ਸੀ। ਸਮਾਂ ਬੀਤਦਾ ਗਿਆ, ਦੰਪਤੀ ਜੋੜਾ ਸਾਧੂ ਪੁਰਸ਼ਾਂ ਦੀ ਸੇਵਾ ਵਿੱਚ ਰੁੱਝਿਆ ਰਿਹਾ। ਅਖੀਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਟੁੱਟ ਪਿਆ। ਰਾਮੂ ਸ਼ਾਹ ਦੇ ਘਰ ਦੇ ਦੁਆਰੇ ਆ ਕੇ ਸਤ ਕਰਤਾਰ ਦੀ ਆਵਾਜ਼ ਦਿੱਤੀ। ਰਾਮੂ ਸ਼ਾਹ ਉਸ ਸਮੇਂ ਦੁਕਾਨ ਤੇ ਸਨ, ਪਰ ਮਾਤਾ ਚਤਰ ਕੌਰ ਨੇ ਜਦੋਂ ਸਤ ਕਰਤਾਰ ਸੁਣਿਆ ਤਾਂ ਇੱਕਦਮ ਘਰੋਂ ਬਾਹਰ ਗਲੀ ਵਿੱਚ ਆਈ। ਸਾਹਮਣੇ ਮਹਾਪੁਰਸ਼ ਦਿਖਾਈ ਦਿੱਤੇ, ਜਿਨ੍ਹਾਂ ਦੇ ਚਿਹਰੇ ਦਾ ਜਲਾਲ ਤੇ ਉਸ ਦੀ ਚਾਲਕ ਚੱਲਣ ਤੋਂ ਬਾਹਰ ਸੀ। ਮਾਤਾ ਚਤਰ ਕੌਰ ਨੇ ਮਹਾਪੁਰਸ਼ਾਂ ਨੂੰ ਘਰ ਲਿਆ ਕੇ ਸੋਹਣੇ ਤੇ ਸੁੱਚੇ ਬਿਸਤਰੇ ਤੇ ਬਿਰਾਜਣ ਲਈ ਬੇਨਤੀ ਕੀਤੀ। ਮਹਾਪੁਰਸ਼ਾਂ ਦਾ 5 ਇਸ਼ਨਾਨਾ ਕਰਵਾਇਆ ਤੇ ਪਿੱਛੋਂ ਚਰਨ ਅੰਮ੍ਰਿਤ ਲੈ ਕੇ ਆਪ ਛਕਿਆ ਤੇ ਪਤੀ ਦੇਵ ਲਈ ਵੀ ਰੱਖ ਲਿਆ। ਭੋਜਨ ਛਕਣ ਲਈ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ। ਉਹਨਾਂ ਦੇ ਹਾਂ ਕਰਨ ਤੇ ਮਾਤਾ ਚਤਰ ਕੌਰ ਨੇ ਬਾਣੀ ਪੜ੍ਹਦਿਆਂ ਹੀ ਭੋਜਨ ਤਿਆਰ ਕੀਤਾ ਤੇ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਮਹਾਪੁਰਸ਼ਾਂ ਨੂੰ ਪ੍ਰਸ਼ਾਦਾ ਛਕਾਇਆ। ਇੰਨੇ ਚਿਰ ਤੱਕ ਰਾਮੂ ਸ਼ਾਹ ਵੀ ਦੁਕਾਨ ਤੋਂ ਘਰ ਆ ਗਏ ਸਨ ਤੇ ਸ਼ਰਧਾ ਪੂਰਵਕ ਦੰਪਤੀ ਜੋੜੇ ਨੇ ਜੋ ਤਿਲ ਫੁੱਲ ਵਸਤਰ ਮਾਇਆ ਆਦਿ ਸ਼ਰਧਾ ਬਣਦੀ ਸੀ ਮਹਾਪੁਰਸ਼ਾਂ ਅੱਗੇ ਭੇਟ ਕੀਤੀ। ਅੰਤਰਜਾਮੀ ਮਹਾਪੁਰਸ਼ਾਂ ਦੇ ਦਿਲ ਦੀ ਇੱਛਾ ਨੂੰ ਜਾਣਦੇ ਹੋਏ ਕਹਿ ਹੀ ਦਿੱਤਾ ਕਿ ਪ੍ਰੇਮੀ ਜਨੋ, ਜੋ ਤੁਹਾਡੇ ਮਨ ਵਿੱਚ ਹੈ ਪ੍ਰਗਟ ਕਰੋ। ਸੰਤਾਂ ਦਾ ਬਚਨ ਸੁਣ ਕੇ ਰਾਮੂ ਸ਼ਾਹ ਨੇ ਕਿਹਾ ਕਿ ਦਾਤਾ ਜੀਓ, ਦੈਵੀ ਹੁਕਮ ਹੈ ਕਿ ਪੁੱਤੀ ਗੰਢ ਪਵੈ ਸੰਸਾਰ। ਸੋ ਮਹਾਪੁਰਸ਼ਾਂ ਦੀ ਬਖਸ਼ਿਸ਼ ਹੋਈ ਹੈ। ਜੋ ਪੁੱਤਰ ਜਨਮੇਗਾ ਉਹ ਸਿੱਖੀ ਦਾ ਜਸ ਗਾਇਨ ਕਰੇਗਾ ਤੇ ਲੁਕਾਈ ਨੂੰ ਇਸ ਮਾਰਗ ਦਾ ਪਾਂਧੀ ਬਣਾਵੇਗਾ। ਉਹ ਲੜਕਾ ਤੁਹਾਡੀਆਂ 21 ਕੁਲਾਂ ਦਾ ਉਦਾਰ ਕਰੇਗਾ। ਇੰਨੇ ਬਚਨ ਕਰਕੇ ਸੰਤ ਉਹ ਗਏ ਤੇ ਪਤਾ ਨਹੀਂ ਕਿੱਥੇ ਅਲੋਪ ਹੋ ਗਏ। ਦੰਪਤੀ ਜੋੜੇ ਨੂੰ ਸੰਤਾਂ ਦੇ ਅਟਲ ਬਚਨਾਂ ਤੇ ਯਕੀਨ ਹੋ ਗਿਆ। ਜੋ ਇੱਛਾ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਵਿਰਥਾ ਜਾਵੇ। ਪੂਰੇ 1 ਸਾਲ ਬਾਅਦ 1919 ਬਿਕਰਮੀ ਮੁਤਾਬਕ 1862 ਈਸਵੀ ਨੂੰ ਚਾਨਣੇ ਪੱਖ ਵਿੱਚ ਅੰਮ੍ਰਿਤ ਵੇਲੇ ਦਿਨ ਵੀਰਵਾਰ ਨੂੰ ਬਾਲਕ ਨੇ ਰਾਮੂ ਸ਼ਾਹ ਦੇ ਗ੍ਰਹਿ ਵਿਖੇ ਜਨਮ ਲਿਆ। ਘਰ ਵਿੱਚ ਇੱਕ ਰੋਸ਼ਨੀ ਦਾ ਪ੍ਰਕਾਸ਼ ਦਿਸਿਆ। ਦੰਪਤੀ ਜੋੜੇ ਨੂੰ ਯਕੀਨ ਹੋ ਗਿਆ ਕਿ ਬੱਚਾ ਜ਼ਰੂਰ ਹੀ ਮਹਾਪੁਰਸ਼ਾਂ ਦੇ ਬਚਨ ਨੂੰ ਸੱਚ ਕਰੇਗਾ। ਸੋ ਉਹਨਾਂ ਨੇ ਵੀ ਮਨ ਵਿੱਚ ਦ੍ਰਿੜ ਸੰਕਲਪ ਧਾਰ ਲਿਆ ਕਿ ਸਮਾਂ ਆਉਣ ਤੇ ਇਸ ਬੱਚੇ ਨੂੰ ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕਰ ਦੇਣਾ ਹੈ। ਬਹੁਤ ਦੇਰ ਬਾਅਦ ਇਸ ਘਰ ਦੇ ਵਿੱਚ ਬੱਚਾ ਜਨਮਿਆ ਸੀ। ਇਸ ਲਈ ਸੁਭਾਵਿਕ ਹੀ ਸੀ ਕਿ ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਚੰਬੇਲੀ ਦੇ ਫੁੱਲਾਂ ਦੀ ਖੁਸ਼ਬੂ ਵਾਂਗ ਫੈਲ ਜਾਂਦੀ। ਸੋ ਇਸੇ ਤਰ੍ਹਾਂ ਹੋਇਆ। ਰਾਮੂ ਸ਼ਾਹ ਨੇ ਸਤਿਗੁਰੂ ਦੇ ਸ਼ੁਕਰਾਨੇ ਵਜੋਂ ਧੁਰ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਪ੍ਰਾਰੰਭ ਕਰਵਾਇਆ। ਭੋਗ ਦੀ ਸਮਾਪਤੀ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਰਤੀ ਦੁਆਰਾ ਪੂਜਨ ਹੋਇਆ। ਸੰਖਾਂ ਦੀ ਧੁਨ ਤੇ ਘੜਿਆਲ ਆਦਿ ਬਾਜੇ ਵੱਜੇ
ਤੇ ਫੁੱਲਾਂ ਦੀ ਖੂਬ ਬਰਖਾ ਹੋਈ ਅਰਦਾਸ ਉਪਰੰਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰਿਆਂ ਦੇ ਮੂੰਹੋਂ ਨਿਕਲਿਆ। ਤੇ ਸਰਬੱਤ ਸੰਗਤ ਨੇ ਸ਼ਰਧਾ ਦੇ ਨਾਲ ਦੋਹਰੇ ਪੜ੍ਹੇ। ਫਿਰ ਫਤਿਹ ਗਜਾਈ ਤੇ ਸਾਰੀ ਸੰਗਤ ਹੱਥ ਜੋੜ ਕੇ ਮਹਾਰਾਜ ਦੇ ਮੁਖ ਵਾਕ ਨੂੰ ਸਰਵਣ ਕਰਨ ਲਈ ਬੈਠ ਗਈ। ਤੇ ਸ੍ਰੀ ਮੁਖਵਾਕ ਜੀ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਆਇਆ ਸਿੰਘ ਰੱਖਿਆ। ਸੰਗਤ ਨੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੇ ਨਾਲ ਪ੍ਰਵਾਨਗੀ ਦਿੱਤੀ। ਦੁਨੀਆ ਦੀ ਕਹਾਵਤ ਹੈ ਕਿ ਹੋਣਹਾਰ ਬਿਰਬਾ ਕਿ ਚਿਕਨੇ ਚਿਕਨੇ ਪਾਤ ਅਨੁਸਾਰਾ ਬਚਪਨ ਤੋਂ ਅਜੀਬੋ ਗਰੀਬ ਪ੍ਰਵਿਰਤੀ ਦੇ ਮਾਲਕ ਸਨ। ਵੈਸੇ ਇਹ ਗੱਲ ਹੈ ਵੀ ਸੱਚ ਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਆਪ ਛੋਟੇ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਸੰਗਤ ਰੂਪ ਦੇ ਵਿੱਚ ਬਿਠਾ ਕੇ ਉਹਨਾਂ ਕੋਲੋਂ ਸਤਨਾਮ ਦਾ ਜਾਪ ਚਪਾਉਂਦੇ। ਫਿਰ ਦੁਕਾਨ ਤੋਂ ਮਠਿਆਈ ਲਿਆ ਕੇ ਬੱਚਿਆਂ ਵਿੱਚ ਵਰਤਾ ਦੇਣੀ। ਪਠਾਣਾ ਦੇ ਬੱਚੇ ਵੀ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ, ਪਰ ਪਿੰਡ ਦੇ ਮੁਖੀ ਪਠਾਣ ਨੂੰ ਇਹ ਗੱਲ ਬਿਲਕੁਲ ਨਹੀਂ ਭਾਉਂਦੀ ਸੀ ਕਿ ਉਸ ਦਾ ਪੁੱਤ ਕਿਰਾੜ ਦੇ ਪੁੱਤ ਨਾਲ ਖੇਡੇ ਤੇ ਪਿਆਰ ਕਰੇ। ਇੱਕ ਦਿਨ ਪਠਾਣ ਨੇ ਜਦੋਂ ਆਪਣੇ ਪੁੱਤ ਨੂੰ ਆਇਆ ਸਿੰਘ ਨਾਲ ਖੇਡਣ ਤੋਂ ਝਿੜਕਿਆ ਤਾਂ ਉਸਨੇ ਆਪਣੇ ਪਿਓ ਨੂੰ ਕਹਿ ਦਿੱਤਾ ਕਿ ਮੈਂ ਆਇਆ ਸਿੰਘ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਇਸ ਤਰ੍ਹਾਂ ਆਇਆ ਸਿੰਘ ਦੇ ਮਿੱਠੇ ਤੇ ਸੁੱਚੇ ਸੁਭਾਅ ਕਾਰਨ ਉਹਨਾਂ ਪ੍ਰਤੀ ਸਨੇਹ ਸਾਰੇ ਪਿੰਡ ਦਾ ਵੱਧਦਾ ਗਿਆ। ਜਦੋਂ ਆਇਆ ਸਿੰਘ 5 ਵਰ੍ਹਿਆਂ ਦੇ ਹੋਏ ਤਾਂ ਉਹਨਾਂ ਦੀ ਸਿਹਤ ਕੁਝ ਢਿੱਲੀ ਹੀ ਰਹਿਣ ਲੱਗ ਪਈ। ਮਾਤਾ ਪਿਤਾ ਦੇ ਮਨ ਵਿੱਚ ਵਿਚਾਰ ਆਇਆ ਕਿ ਅਸੀਂ ਆਪਣੇ ਬੱਚੇ ਨੂੰ ਬਾਬਾ ਕਰਮ ਸਿੰਘ ਜੀ ਦੇ ਚਰਨਾਂ ਵਿੱਚ ਸੌਂਪਣ ਲਈ ਵਚਨ ਕੀਤਾ ਸੀ, ਉਹ ਪੂਰਾ ਹੁਣ ਕਰਨਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਬੱਚੇ ਦੀ ਸਿਹਤ ਠੀਕ ਨਹੀਂ ਰਹਿੰਦੀ। ਉਹਨਾਂ ਸਾਰੇ ਸੰਬੰਧੀਆਂ ਨੂੰ ਨਾਲ ਲੈ ਕੇ ਸ਼ਬਦ ਬਾਣੀ ਪੜ੍ਹਦਿਆਂ ਹੋਤੀ ਮਰਦਾਨ ਨੂੰ ਚਾਲੇ ਪਾ ਦਿੱਤੇ ਤੇ ਰਾਤ ਪਈ ਨੂੰ ਡੇਰੇ ਪਹੁੰਚੇ ਤੇ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਕੀਤਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਜੇ ਦੀਵਾਨ ਵਿੱਚ ਭਗਤ ਚਾਚਾ ਜੀ ਤੇ ਮਾਤਾ ਚਤਰ ਕੌਰ ਸੰਬੰਧੀਆਂ ਸਮੇਤ ਆ ਕੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ। ਮਾਤਾ ਨੇ ਚਰਨ ਧੂੜ ਆਪਣੇ ਬੱਚੇ ਅਤੇ ਆਪਣੇ ਮਸਤਕ ਨੂੰ ਲਾਈ ਤੇ ਸੰਗਤ ਵਿੱਚ ਬੈਠ ਗਏ। ਦੀਵਾਨ ਦੀ ਸਮਾਪਤੀ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਫਿਰ ਮਹਾਰਾਜ ਸੰਗਤਾਂ ਦੀਆਂ ਅਰਜ਼ਾਂ ਸੁਣਨ ਲੱਗ ਪਏ। ਜਦੋਂ ਸ਼ਾਮੋ ਜਈ ਤੇ ਮਾਮੋ ਜਈ ਪਿੰਡ ਦੀ ਬਾਰੀ ਆਈ ਤਾਂ ਸਾਰੇ ਆਪੋ ਆਪਣੀਆਂ ਬੇਨਤੀਆਂ ਕਰ ਚੁੱਕੇ ਤਾਂ ਮਾਈ ਚਤਰ ਸਿੰਘ ਨੇ ਨਿਮਰਤਾ ਸਹਿਤ ਨਮਸਕਾਰ ਕੀਤੀ ਬਾਬਾ ਜੀ ਨੂੰ ਤੇ ਬਾਅਦ ਵਿੱਚ ਹੋਣਹਾਰ ਬੱਚੇ ਨੇ ਅੰਤਰ ਧਿਆਨ ਹੋ ਬਾਬਾ ਕਰਮ ਸਿੰਘ ਜੀ ਦੇ ਚਰਨਾਂ ਤੇ ਸੀਸ ਨਿਵਾਇਆ। ਆਪ ਹਜੂਰ ਨੇ ਆਇਆ ਸਿੰਘ ਨੂੰ ਬਾਹੋਂ ਫੜ ਕੇ ਆਪਣੇ ਨਾਲ ਲਾਉਂਦਿਆਂ ਪੁੱਛਿਆ, ਕਾਕਾ ਤੇਰਾ ਨਾਂ ਕੀ ਏ? ਜੀ ਆਇਆ ਸਿੰਘ, ਸਾਨੂੰ ਤੇਰੀ ਬੜੀ ਦੇਰ ਤੋਂ ਉਡੀਕ ਸੀ। ਬਾਬਾ ਕਰਮ ਸਿੰਘ ਜੀ ਨੇ ਇਹ ਕਹਿੰਦਿਆਂ ਸੰਤ ਲਾਲ ਸਿੰਘ ਜੀ ਨੂੰ ਬੁਲਾਇਆ ਤੇ ਕਿਹਾ ਕਿ ਲਓ ਮਹਾਰਾਜ, ਇਹ ਉਹ ਸੰਤ ਰੂਹ ਆ ਗਈ ਹੈ ਜੋ ਕਿ ਗਦਰ ਸਮੇਂ ਆਪਾਂ ਨੂੰ ਕਹਿ ਗਈ ਸੀ ਕਿ ਮੇਰਾ ਇੱਕ ਹੋਰ ਜਨਮ ਹੋਣਾ ਹੈ। ਉਸ ਸਮੇਂ ਇਹਨਾਂ ਕਿਹਾ ਸੀ ਕਿ ਮੈਂ ਤੁਹਾਡੀ ਸੇਵਾ ਕਰਕੇ ਜੀਵਨ ਸਫਲਾ ਕਰਾਂਗਾ, ਜਿਨ੍ਹਾਂ ਦਾ ਆਪਾਂ ਆਪਣੇ ਹੱਥੀਂ ਸੰਸਕਾਰ ਕੀਤਾ ਸੀ। ਤੇ ਉਸ ਸਮੇਂ ਮਾਤਾ ਚਤਰ ਕੌਰ ਜੀ ਬੜੇ ਖੁਸ਼ ਹੋ ਕੇ ਬੋਲੇ, ਹਜੂਰ ਅਸੀਂ ਤਾਂ ਇਹ ਕਾਕਾ ਤੁਹਾਡੇ ਚਰਨਾਂ ਵਿੱਚ ਭੇਟ ਕਰਨ ਲਈ ਲੈ ਕੇ ਆਏ ਹਾਂ, ਕਿਉਂਕਿ ਇਸ ਦੇ ਜਨਮ ਤੋਂ ਹੀ ਸਾਡਾ ਇਹ ਸੰਕਲਪ ਸੀ। ਮਹਾਪੁਰਸ਼ਾਂ ਨੇ ਫਿਰ ਕਿਹਾ, ਬੀਬੀ ਤੁਸੀਂ ਸੰਕਲਪ ਤਾਂ ਕਰਨਾ ਹੀ ਸੀ, ਕਿਉਂਕਿ ਇਹ ਤਾਂ ਧੁਰੋਂ ਹੀ ਇਸ ਡੇਰੇ ਦੇ ਮਾਲਕ ਬਣ ਕੇ ਆਏ ਹਨ। ਸੰਤ ਬਾਬਾ ਜੀ ਨੇ ਖੁਸ਼ੀ ਦੇ ਨਾਲ ਕਿਹਾ, ਸਾਨੂੰ ਇਹ ਭੇਟ ਮਨਜ਼ੂਰ ਹੈ। ਇਹ ਕਹਿ ਕੇ ਉਹਨਾਂ ਨੇ ਕਾਕੇ ਦੀ ਬਾਂਹ ਛੋਟੇ ਸੰਤ ਲਾਲ ਸਿੰਘ ਜੀ ਨੂੰ ਫੜਾ ਦਿੱਤੀ। ਭਾਵ ਇਹ ਕਿ ਕਾਕਾ ਆਇਆ ਸਿੰਘ ਨੂੰ ਸੰਤ ਲਾਲ ਸਿੰਘ ਦੀ ਨਿਗਰਾਨੀ ਵਿੱਚ ਗੁਰਮਤਿ ਵਿੱਦਿਆ ਲੈਣ ਲਈ ਸੌਂਪ ਦਿੱਤਾ। ਆਇਆ ਸਿੰਘ ਜੀ ਚਾਈ ਚਾਈ ਵਿੱਦਿਆ ਗ੍ਰਹਿਣ ਕਰਨ ਲੱਗੇ, ਬਾਣੀ ਪੜ੍ਹਦੇ ਤੇ ਲੰਗਰ ਦੀ ਸੇਵਾ ਦੇ ਵਿੱਚ ਰੁੱਝੇ ਰਹਿੰਦੇ। ਉਹਨਾਂ ਦੀ ਲਗਨ ਤੇ ਸੇਵਾ ਭਾਵਨਾ ਦੇਖ ਕੇ ਸੰਤ ਲਾਲ ਸਿੰਘ ਜੀ ਨੂੰ ਇਹ ਯਕੀਨ ਹੋ ਗਿਆ ਕਿ ਮੇਰੇ ਤੋਂ ਬਾਅਦ ਮਹਾਰਾਜ ਜੀ ਦੀ ਸੇਵਾ ਆਇਆ ਸਿੰਘ ਜੀ ਨਿਭਾਉਣਗੇ। ਇਸੇ ਤਰ੍ਹਾਂ ਹੀ ਹੋਇਆ। ਸੰਤ ਲਾਲ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਬਾਬਾ ਕਰਮ ਸਿੰਘ ਜੀ ਲਈ ਹਰ ਪ੍ਰਕਾਰ ਦੀ ਸੇਵਾ ਬਾਬਾ ਆਇਆ ਸਿੰਘ ਜੀ ਦਿਲ ਲਾ ਕੇ ਕਰਨ ਲੱਗੇ। ਬਾਬਾ ਆਇਆ ਸਿੰਘ ਜੀ ਦੀ ਨਿਸ਼ਕਾਮ ਸੇਵਾ ਤੇ ਲਗਨ ਨਾਲ ਕੀਤੀ ਸੇਵਾ ਨੇ ਉਕਤ ਸਾਰੇ ਸਦਗੁਣਾ ਉਹਨਾਂ ਵਿੱਚ ਭਰ ਦਿੱਤੇ। ਆਪ ਜੀ ਦੀ ਇਸ ਲਗਨ ਨੂੰ ਉਹਨਾਂ ਨੂੰ ਕਈ ਭਾਈਆਂ ਨੇ ਵੱਧ ਘੱਟ ਸ਼ਬਦ ਬੋਲਣੇ ਵੀ ਸ਼ੁਰੂ ਕਰ ਦਿੱਤੇ ਤੇ ਕਈ ਵਾਰੀ ਹੱਥੋਂ ਪਾਈ ਵੀ ਹੋਏ, ਪਰ ਆਪ ਅਡੋਲਤਾ ਦੀ ਮੂਰਤ ਬਣੇ ਰਹੇ। ਇਸ ਤਰ੍ਹਾਂ ਆਪ ਜੀ ਦੀ ਆਤਮਾ ਹੋਰ ਬਲਵਾਨ ਹੁੰਦੀ ਗਈ ਤੇ ਬਾਬਾ ਕਰਮ ਸਿੰਘ ਜੀ ਦੀਆਂ ਬਖਸ਼ਿਸ਼ਾਂ ਦੀ ਰਹਿਮਤ ਦੀ ਵੀ ਵਰਖਾ ਹੁੰਦੀ ਗਈ। ਜਦੋਂ ਸੇਵਕ ਆਪਾ ਮਿਟਾ ਕੇ ਗੁਰੂ ਰੂਪੀ ਗੌਰ ਵਿੱਚ ਇੱਕਮਿਕ ਹੋ ਜਾਂਦਾ ਹੈ, ਉਸ ਅਭੇਦਤਾ ਨੂੰ ਪਛਾਣਨਾ ਅਸੰਭਵ ਹੋ ਜਾਂਦਾ ਹੈ।
ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੈ। ਜੋ ਬਾਬਾ ਕਰਮ ਸਿੰਘ ਜੀ ਨੇ ਆਇਆ ਸਿੰਘ ਜੀ ਨੂੰ ਸਾਮਗ ਰੂਪ ਕਰ ਲਿਆ। ਇਸ ਇੱਕ ਰੂਪਤਾ ਨੂੰ ਅਨੁਭਵ ਕਰਦਿਆਂ ਸੰਤ ਬਾਬਾ ਕਰਮ ਸਿੰਘ ਜੀ ਨੇ 1902 ਈਸਵੀ ਨੂੰ ਆਪਣੇ ਹੱਥੀਂ ਤਿਲਕ ਦੇ ਕੇ ਸਾਰੀ ਸੰਗਤ ਵਿੱਚ ਬਾਬਾ ਆਇਆ ਸਿੰਘ ਜੀ ਨੂੰ ਉੱਚ ਵਡਿਆਈ ਬਖਸ਼ ਦਿੱਤੀ। ਜਦੋਂ ਸਜਲ ਨੇਤਰਾਂ ਦੇ ਨਾਲ ਹੱਥ ਜੋੜੇ ਤੇ ਗਲ ਵਿੱਚ ਪੱਲਾ ਪਾ ਕੇ ਬਾਬਾ ਆਇਆ ਸਿੰਘ ਜੀ ਨੇ ਹਜੂਰ ਅੱਗੇ ਬੇਨਤੀ ਕੀਤੀ ਕਿ ਦਾਸ ਏਡਾ ਵੱਡਾ ਭਾਰ ਚੁੱਕਣ ਦੇ ਸਮਰੱਥ ਨਹੀਂ, ਤਾਂ ਬਾਬਾ ਕਰਮ ਸਿੰਘ ਜੀ ਨੇ ਕਿਹਾ ਕਿ ਅਕਾਲ ਪੁਰਖ ਸਭ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਬਾਕੀ ਸੰਤ ਰਾਮ ਸਿੰਘ ਜੀ ਵੀ ਹਨ ਤੇ ਹੋਰ ਸੱਜਣ ਹਰ ਸਮੇਂ ਤੁਹਾਡੇ ਕੋਲ ਹਨ। ਫਿਕਰ ਵਾਲੀ ਗੱਲ ਕੋਈ ਨਹੀਂ, ਜਿਸ ਦਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਬੇਚਾਰਾ ਰਾਮ। ਇਸ ਤਰ੍ਹਾਂ ਸੰਗ ਨੂੰ ਆਦੇਸ਼ ਦੇ ਕੇ ਬਾਬਾ ਆਇਆ ਸਿੰਘ ਜੀ ਇੱਕ ਮਹਾਨ ਤੇਜਸਵੀ ਪ੍ਰਵਿਰਤੀ ਦੇ ਮਾਲਕ ਤੇ ਮਹਾਪ੍ਰਤਾਪੀ ਸਨ। ਆਪ ਸਾਰੀਆਂ ਜ਼ਿੰਮੇਵਾਰੀਆਂ ਤੋਂ ਨਿਜਾਤ ਪਾ ਗਏ। ਬਾਬਾ ਕਰਮ ਸਿੰਘ ਜੀ ਤੋਂ ਬਾਅਦ ਉਸੇ ਰੂਪ ਦੇ ਵਿੱਚ ਬਾਬਾ ਆਇਆ ਸਿੰਘ ਜੀ ਸੰਗਤਾਂ ਲਈ ਮਾਰਗਦਰਸ਼ਨ ਬਣ ਗਏ। ਤਿਆਰ ਹੋ ਕੇ ਡੇਰੇ ਦੀਆਂ ਸੇਵਾਵਾਂ ਨਿਭਾਉਣ ਲੱਗ ਪਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।